हाँ जी, गुड आफ्टरनून राजे। अपने कोले जेड़ा कोर्स के दौरान एक्सपीरियंशियल लर्निंग जेड़ा सब्जेक्ट हैगा उस दे विच आपां टॉपिक जेड़ा अज हैगा समुदाय के प्रति कहते जेड़ा मुख्य अध्यापक दीयां भूमिकावां अते जिम्मेवारियां, ये अपने कोले टॉपिक हैगा जी। अज दा ते लास्ट आपां टॉपिक दे विच आपां डिस्कस कीता सीगा कि जेड़ा अपने कोले एक समुदाय के प्रति अध्यापक दी गल हुई सी। ਇੱਥੇ ਹੁਣ ਆਪਾਂ ਕੀ ਕਰ ਰਹੇ ਹੈਗੇ ਇੱਕ ਹੈਡਮਾਸਟਰ ਦੀ ਗੱਲ ਕਰ ਰਹੇ ਆ, ਇੱਕ ਟੀਚਰ ਨਹੀਂ ਇੱਕ ਹੈਡ ਟੀਚਰ ਦੀ ਗੱਲ ਕਰ ਰਹੇ ਆ। ਉਸ ਦੀ ਕੀ ਰੋਲਸ ਹੈਗੇ ਨੇ ਔਰ ਕੀ ਰਿਸਪੌਂਸਿਬਿਲਟੀਜ਼ ਹਨ ਇੱਕ ਸਮੁਦਾਇ ਦੇ ਪ੍ਰਤੀ। ਤਾਂ ਇਸ ਵਿੱਚ ਜਦੋਂ ਆਪਾਂ ਇੱਕ ਇੰਟਰੋਡਕਸ਼ਨ ਦੀ ਗੱਲ ਕਰੀਏ ਤਾਂ ਇੰਟਰੋਡਕਸ਼ਨ ਦੇ ਵਿੱਚ ਆਪਾਂ ਕੀ ਕੁਝ ਲਿਖ ਸਕਦੇ ਹੈਗੇ ਆ ਜੀ। ਉਹ ਤੁਹਾਡੀ ਆਪਣੀ ਇੱਕ ਸ਼ਬਦਾਵਲੀ ਹੈ, ਉਸ ਨੂੰ ਤੁਸੀਂ ਕੀ ਰੂਪ ਦੇ ਸਕਦੇ ਹੈਗੇ ਹੋ ਕਿ ਆਪਾਂ ਲਿਖ ਸਕਦੇ ਹਾਂ ਕਿ ਜਿਹੜਾ ਇੱਕ ਮੁੱਖ ਅਧਿਆਪਕ ਹੁੰਦਾ ਹੈ ਉਹ ਜਿਹੜਾ ਇੱਕ ਸਮਾਜ ਦੇ ਵਿੱਚ ਆਉਣ ਵਾਲਾ ਜਿਹੜਾ ਭਵਿੱਖ ਹੈਗਾਗਾ ਉਹ ਇੱਕ ਸਮੁਦਾਇ ਦਾ ਕੀ ਹੁੰਦਾ ਹੈਗਾ ਜੀ, ਇੱਕ ਅੰਸ਼ ਹੁੰਦਾ ਹੈ। ਮਤਲਬ ਕੀ ਹੈਗਾਗਾ, ਮੁੱਖ ਅਧਿਆਪਕ ਦੀ ਜ਼ਿੰਮੇਵਾਰੀ ਸਿਰਫ ਇੱਕ ਸਕੂਲ ਨੂੰ ਚਲਾਉਣਾ ਨਹੀਂ ਹੈ, ਇੱਕ ਸਮੁਦਾਇ ਦਾ ਆਉਣ ਵਾਲਾ ਇੱਕ ਭਵਿੱਖ ਦਾ ਰੂਪ ਦੇਣ ਵਾਲਾ ਹੈ, ਭਵਿੱਖ ਦਾ ਰੂਪ ਦੇਣ ਵਾਲਾ ਇੱਕ ਆਗੂ। ਤਾਂ ਆਪਾਂ ਇਸ ਚੀਜ਼ ਨੂੰ ਬੜੇ ਗੌਰ ਦੇ ਨਾਲ ਬੜੇ ਤਰੀਕੇ ਦੇ ਨਾਲ ਅਸੀਂ ਸਮਝਣਾ ਹੈ ਕਿ ਜਿਹੜਾ ਸਾਡੇ ਇੱਕ ਹੈਡ ਟੀਚਰ ਹੁੰਦਾ ਹੈ ਉਸ ਦੀ ਰਿਸਪੌਂਸਿਬਿਲਟੀ ਸਿਰਫ ਇੱਕ ਸਕੂਲ ਦੇ ਪ੍ਰਬੰਧਕਾਂ ਨੂੰ ਲੈ ਕੇ, ਸਕੂਲ ਦੇ ਕਰਮਚਾਰੀਆਂ ਨੂੰ ਲੈ ਕੇ ਜਾਂ ਸਕੂਲ ਦੇ ਵਿੱਚ ਹੋਣ ਵਾਲੇ ਵੱਖ-ਵੱਖ ਗਤੀਵਿਧੀਆਂ ਜਾਂ ਸੱਭਿਆਚਾਰਕ ਪ੍ਰੋਗਰਾਮਾਂ ਦੇ ਦੌਰਾਨ ਜ਼ਿੰਮੇਵਾਰੀ ਨਹੀਂ ਹੁੰਦੀ ਜਾਂ ਰੋਲ ਨਿਭਾਉਣ ਦੀ ਜ਼ਿੰਮੇਵਾਰੀ ਨਹੀਂ ਹੁੰਦੀ, ਬਲਕਿ ਉਹਨਾਂ ਨੇ ਅਜਿਹਾ ਰੋਲ ਨਿਭਾਉਣਾ ਹੁੰਦਾ ਹੈ ਕਿ ਸਮੁਦਾਇ ਦੇ ਵਿੱਚ ਜੋ ਵੱਖ-ਵੱਖ ਸਾਡੀਆਂ ਇੱਕ ਸਮਾਜ ਦੇ ਵਿੱਚ ਜੋ ਵੱਖ-ਵੱਖ ਸਾਡੀਆਂ ਕਮਿਊਨਿਟੀਆਂ ਹੈਗੀਆਂ ਨੇ ਉਹਨਾਂ ਦਾ ਇੱਕ ਸਕੂਲ ਦੇ ਨਾਲ ਸੰਪਰਕ ਬਣਾਉਣਾ ਔਰ ਉਹਨਾਂ ਦਾ ਸੰਪਰਕ ਬਣਾ ਕੇ ਉਹਨਾਂ ਦਾ ਇੱਕ ਬਹੁਤ ਵੱਡਾ ਰੋਲ ਬਣ ਜਾਂਦਾ ਹੈ, ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਆਉਣ ਵਾਲੇ ਸਮਾਜ ਦੇ ਵਿੱਚ ਜਿਹੜਾ ਭਵਿੱਖ ਹੈਗਾ ਉਹ ਸਾਡੇ ਕੋਲ ਇਸ ਟਾਈਮ ਪ੍ਰੈਜ਼ੈਂਟ ਹੈ। ਤਾਂ ਵਰਤਮਾਨ ਸਮੇਂ ਨੂੰ ਭਵਿੱਖ ਦੇ ਵਿੱਚ ਲੈ ਕੇ ਆਉਣ ਦੇ ਲਈ ਵੱਖ-ਵੱਖ ਰੂਪਾਂ ਦੇ ਵਿੱਚ ਸੁਧਾਰਾਂ ਦੀ ਲੋੜ ਹੁੰਦੀ ਹੈ। ਤਾਂ ਇਸ ਤਰੀਕੇ ਨਾਲ ਇੱਕ ਮੁੱਖ ਅਧਿਆਪਕ ਨੂੰ ਇੱਕ ਆਗੂ ਦੇ ਰੂਪ ਦੇ ਵਿੱਚ, ਸਮੁਦਾਇ ਦੇ ਆਗੂ ਦੇ ਰੂਪ ਦੇ ਵਿੱਚ ਉਸਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਇੰਟਰੋਡਕਸ਼ਨ ਸੀ। ਉਸ ਤੋਂ ਬਾਅਦ ਆਪਾਂ ਉਹਦੀ ਜਿਹੜੇ ਸਬ ਪੁਆਇੰਟਸ ਹੈਗੇ ਨੇ ਉਸ ਦੇ ਵਿੱਚ ਕੀ ਉਹਦੀਆਂ ਰੋਲਸ ਹੈਗੇ ਨੇ, ਕੀ ਉਹਦੀਆਂ ਰਿਸਪੌਂਸਿਬਿਲਟੀਜ਼ ਹੈਗੇ ਨੇ, ਇਹ ਆਪਾਂ ਡਿਸਕਸ ਕਰਦੇ ਹਾਂ ਜੀ। ਹੁਣ ਸਭ ਤੋਂ ਪਹਿਲਾਂ ਕੀ ਹੈਗਾ ਜੀ, ਸਮੁਦਾਇ ਦਾ ਆਗੂ। ਫਸਟ ਪੁਆਇੰਟ ਹੈਗਾ ਸਾਡੇ ਕੋਲ ਇਹਦੇ ਵਿੱਚ ਸਮੁਦਾਇ ਦਾ ਆਗੂ। ਸਮੁਦਾਇ ਦਾ ਆਗੂ ਆਪਾਂ ਜਦੋਂ ਇੱਕ ਸਮੁਦਾਇ ਦੀ ਗੱਲ ਕਰਦੇ ਹਾਂ ਤਾਂ ਇਟ ਮੀਨਸ ਇਹ ਇੱਕ ਸਮਾਜ ਦਾ ਇੱਕ ਅੰਸ਼ ਹੈ, ਹਿੱਸਾ ਹੈ। ਤਾਂ ਜਦੋਂ ਅਸੀਂ ਸਮੁਦਾਇ ਦੀ ਗੱਲ ਕੀਤੀ ਜਾਂ ਸਮੁਦਾਇ ਦੇ ਆਗੂ ਦੀ ਗੱਲ ਕਰ ਰਹੇ ਹੈਗੇ ਆ ਕਿ ਲੀਡਰ ਆਫ ਦਾ ਕਮਿਊਨਿਟੀ। ਹੁਣ ਮਤਲਬ ਕੀ ਹੈਗਾਗਾ, ਕਮਿਊਨਿਟੀ ਦਾ ਲੀਡਰ ਬਣਨਾ ਆਪਾਂ ਕਹਿ ਦਿੰਦੇ ਆ, ਬਟ ਇੱਕ ਟੀਚਰ ਦੀ, ਇੱਕ ਮੁੱਖ ਟੀਚਰ ਦੀ, ਮੁੱਖ ਅਧਿਆਪਕ ਦੀ, ਹੈਡ ਟੀਚਰ ਦੀ, ਇੱਕ ਹੈਡ, ਜਿਵੇਂ ਆਪਾਂ ਕਹਿ ਦਿੰਦੇ ਸਾਡੇ ਪ੍ਰਿੰਸੀਪਲ ਹੁੰਦੇ ਨੇ ਜਾਂ ਆਪਾਂ ਕਹਿ ਦਿੰਦੇ ਸਾਡੇ ਹੈਡ ਟੀਚਰ ਹੈਗੇ ਨੇ, ਇਹ ਬਹੁਤ ਸਾਰਾ ਪ੍ਰਬੰਧ ਜਿਹੜਾ ਸਕੂਲ ਦੇ ਵਿੱਚ ਹੈਗਾਗਾ ਜਾਂ ਨਿਯੋਜਨ ਕਰਨ ਵਾਲੀਆਂ ਕਿਰਿਆਵਾਂ ਹੈਗੀਆਂ ਨੇ ਉਹ ਨਿਯੋਜਿਤ ਕੀਤੀਆਂ ਜਾਂਦੀਆਂ ਹਨ ਮੁੱਖ ਅਧਿਆਪਕ ਦੀ ਨਿਰਦੇਸ਼ਾਂ ਦੇ ਅਨੁਸਾਰ। ਤਾਂ ਉੱਥੇ ਜਿਹੜੇ ਨਿਰਦੇਸ਼ ਹੈਗੇ ਨੇ ਉਹ ਆਉਣ ਵਾਲੇ ਸਮੁਦਾਇ ਦਾ ਇੱਕ ਹਿੱਸਾ ਹਨ, ਇੱਕ ਅੰਸ਼ ਹਨ। ਤਾਂ ਉੱਥੇ ਕਿਤੇ ਨਾ ਕਿਤੇ ਆਪਾਂ ਦੇਖਦੇ ਹਾਂ ਵੀ ਜਿਹੜੀ ਇੱਕ ਟੀਚਰ ਦੀ, ਮੁੱਖ ਅਧਿਆਪਕ ਦੀ ਜਿਹੜੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ, ਕਹਿੰਦੇ ਸਿਰਫ ਸਕੂਲ ਦੇ ਪ੍ਰਬੰਧਕਾਂ ਨੂੰ ਔਰ ਜਾਂ ਸਕੂਲ ਦੇ ਗਤੀਵਿਧੀਆਂ ਨੂੰ ਚਲਾਉਣਾ ਹੀ ਇੱਕ ਸਮੁਦਾਇ ਦਾ ਆਗੂ ਨਹੀਂ ਬਣਿਆ ਜਾ ਸਕਦਾ। ਮੁੱਖ ਅਧਿਆਪਕ ਦੀ ਭੂਮਿਕਾ ਔਰ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਤੁਸੀਂ ਸਮੁਦਾਇ ਦਾ ਆਗੂ ਬਣਨਾ ਹੈ। ਕਿਵੇਂ? ਕਿਉਂਕਿ ਬੱਚਿਆਂ ਨੇ ਅੱਗੇ ਜਾ ਕੇ ਕਿੱਥੇ ਵਿਚਰਨਾ ਹੈ, ਸਮਾਜ ਦੇ ਵਿੱਚ। ਤਾਂ ਸਮਾਜ ਦੇ ਵਿੱਚ ਵੱਖ-ਵੱਖ ਤਰੀਕੇ ਦੀਆਂ ਕਮਿਊਨਿਟੀਆਂ ਹਨ, ਸੰਸਥਾਵਾਂ ਹਨ। ਤਾਂ ਉਹਨਾਂ ਸੰਸਥਾਵਾਂ ਦੇ ਵਿੱਚ ਜਦੋਂ ਉਹ ਆਪਣੇ ਸਿੱਖਿਆ ਰਾਹੀਂ ਜੋ ਗ੍ਰਹਿਣ ਹਾਸਲ ਕੀਤਾ ਉਹ ਗਿਆਨ, ਤਾਂ ਉਸ ਗਿਆਨ ਦੀ ਜਦੋਂ ਉਸ ਨੂੰ ਅਸਲ ਅਮਲੀ ਰੂਪ ਦੇ ਵਿੱਚ ਕਿਰਿਆਵਾਂ ਦੇ ਰਾਹੀਂ ਇੱਕ ਪ੍ਰਯੋਜਿਤ ਕਰਨਗੇ ਤਾਂ ਕੀ ਹੋਊਗਾ, ਇੱਕ ਪੇਸ਼ਕਾਰੀ ਕਰਨਗੇ ਤਾਂ ਉੱਥੇ ਕੀ ਹੋਊਗਾ ਜੀ, ਇੱਕ
ਸਾਰਥਕ ਜਦੋਂ ਨਤੀਜੇ ਮਿਲਣਗੇ ਇੱਕ ਕਮਿਊਨਿਟੀ ਨੂੰ ਤਾਂ ਉੱਥੇ ਇੱਕ ਚੰਗੇ ਲੀਡਰ ਦਾ ਆਪਾਂ ਕਹਿ ਸਕਦੇ ਆ ਲੀਡਰ ਆਫ ਦਾ ਕਮਿਊਨਿਟੀ ਉੱਥੇ ਕੌਣ ਹੈਗਾ ਜੀ ਸਾਡਾ ਇੱਕ ਹੈਡ ਟੀਚਰ ਹੈ, ਮੁੱਖ ਅਧਿਆਪਕ ਹੈ। ਤਾਂ ਇਹ ਇਸ ਢੰਗ ਦੇ ਨਾਲ ਇੱਕ ਮੁੱਖ ਅਧਿਆਪਕ ਨੂੰ ਸਿਰਫ ਕਹਿੰਦੇ ਸਕੂਲ ਦਾ ਪ੍ਰਿੰਸੀਪਲ ਬਣ ਕੇ ਇੱਕ ਦਫ਼ਤਰ ਦੇ ਵਿੱਚ ਬੈਠ ਕੇ ਇੱਕ ਨਿਰਦੇਸ਼ਾਂ ਨੂੰ ਲਾਗੂ ਕਰ ਦੇਣਾ ਹੀ ਸੀਮਤ ਨਹੀਂ ਹੈ, ਬਲਕਿ ਉਸ ਨੂੰ ਇੱਕ ਸਮਾਜ ਦਾ ਇੱਕ ਲਘੂ ਰੂਪ ਦੇ ਵਿੱਚ ਹਿੱਸਾ ਮੰਨਦੇ ਹੋਏ ਸਕੂਲ ਨੂੰ ਤਾਂ ਉੱਥੇ ਇੱਕ ਆਪਣੇ ਆਪ ਨੂੰ ਇੱਕ ਆਗੂ ਦੇ ਰੂਪ ਦੇ ਵਿੱਚ ਉਸ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਕਿਹੜਾ ਆਗੂ ਜੀ? ਸਮੁਦਾਇ ਦਾ ਆਗੂ। ਤਾਂ ਜ਼ਿੰਮੇਵਾਰੀ ਇਹ ਨਿਭਾਵਾਂਗੇ ਤਾਂ ਉੱਥੇ ਰੋਲ ਵੀ ਆਪਣੇ ਖੁਦ ਵਿਵਹਾਰਾਤਮਕ ਰੂਪ ਦੇ ਵਿੱਚ ਇੱਕ ਚੰਗੇ ਸਾਰਥਕ ਜਿਹੜੇ ਨਤੀਜੇ ਹੈਗੇ ਨੇ ਅਸੀਂ ਉਹ ਵਿਦਿਆਰਥੀਆਂ ਦੇ ਰਾਹੀਂ ਅਸੀਂ ਪਾ ਸਕਦੇ ਹਾਂ। ਨੈਕਸਟ ਜਿਹੜਾ ਸਾਡੇ ਕੋਲ ਸਬ ਪੁਆਇੰਟ ਹੈਗਾ ਕਿ ਦੂਰਦ੍ਰਿਸ਼ਟਤਾ ਵਿਅਕਤੀ ਹੁਣ ਜਿਹੜਾ ਸਾਡੇ ਕੋਲੇ ਇੱਕ ਹੈਡ ਟੀਚਰ ਹੈਗਾਗਾ ਉਹਦੀ ਜਿਹੜੀ ਸੋਚ ਦੀ ਗੱਲ ਕੀਤੀ ਹੈਗੀ ਆ ਉਹ ਇੱਕ ਦੂਰਦ੍ਰਿਸ਼ਟੀ ਰੂਪ ਦੇ ਵਿੱਚ ਹੋਣੀ ਚਾਹੀਦੀ ਹੈ। ਆਪਾਂ ਕਹਿ ਦਿੰਦੇ ਆ ਕਿ ਜਿਹੜੇ ਮੌਕੇ ਤੇ ਜਿਹੜੇ ਹਾਲਾਤ ਪੈਦਾ ਹੋਏ ਨੇ ਉਸ ਦੇ ਬਾਰੇ ਫੈਸਲਾ ਇੱਕਦਮ ਲੈਣਾ ਗਲਤ ਹੁੰਦੇ ਹਨ। ਸਿਰਫ ਆਪਾਂ ਸੁਣਦੇ ਆ ਉਸ ਤੇ ਆਪਾਂ ਅਮਲ ਨਹੀਂ ਕਰਦੇ। ਤਾਂ ਇੱਕ ਮੁੱਖ ਅਧਿਆਪਕ ਨੂੰ ਜਦੋਂ ਉਹ ਇੱਕ ਕਮਿਊਨਿਟੀ ਦੇ ਰੂਪ ਦੇ ਵਿੱਚ ਇੱਕ ਐਜ਼ ਅ ਲੀਡਰ ਹੋਣ ਦੇ ਨਾਤੇ ਇੱਕ ਐਜ਼ ਅ ਆਪਾਂ ਕਹਿ ਦਿੰਦੇ ਇੱਕ ਹੈਡ ਟੀਚਰ ਹੋਣ ਦੇ ਨਾਤੇ ਜਦੋਂ ਉਹ ਆਪਣਾ ਇੱਕ ਰੋਲ ਜਾਂ ਇੱਕ ਆਪਣੀ ਜ਼ਿੰਮੇਵਾਰੀ ਲੈ ਕੇ ਚੱਲਦਾ ਬੱਚਿਆਂ ਦੇ ਪ੍ਰਤੀ ਤਾਂ ਉੱਥੇ ਇਹ ਗੱਲ ਹੋਣੀ ਚਾਹੀਦੀ ਹੈ ਕਿ ਉਹਨਾਂ ਦਾ ਇੱਕ ਦੂਰਦ੍ਰਿਸ਼ਟੀ ਇੱਕ ਸੋਚ ਹੋਣੀ ਚਾਹੀਦੀ ਹੈ, ਮਲਕੀਅਤ ਹੋਣੀ ਚਾਹੀਦੀ ਹੈ ਉਹਨਾਂ ਕੋਲੇ। ਇਸ ਤਰੀਕੇ ਨਾਲ ਉਹਨਾਂ ਨੂੰ ਰੋਲ ਨਿਭਾਉਣਾ ਚਾਹੀਦਾ ਵੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬੱਚਿਆਂ ਨੂੰ ਕਿਸ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਔਰ ਉਹਨਾਂ ਪ੍ਰਸਥਿਤੀਆਂ ਨੂੰ ਇੱਕ ਸਾਰਥਕ ਨਤੀਜੇ ਦੇ ਕੇ ਬੱਚੇ ਕਿਵੇਂ ਉન્નਤੀ ਕਰ ਸਕਦੇ ਹਨ। ਇਹੋ ਜਿਹਾ ਇੱਕ ਮੁੱਖ ਅਧਿਆਪਕ ਦਾ ਰੋਲ ਐਂਡ ਰਿਸਪੌਂਸਿਬਿਲਟੀ ਹੋਣੀ ਚਾਹੀਦੀ ਹੈ। ਨੈਕਸਟ ਸਾਡੇ ਕੋਲ ਸਮੁਦਾਇ ਸੰਬੰਧ ਜਾਂ ਆਪਾਂ ਕਹਿ ਸਕਦੇ ਹਾਂ ਕਿ ਯੋਜਨਾਬੰਦੀ ਪਲਾਨਿੰਗ। ਯੋਜਨਾਬੰਦੀ ਸਾਡੇ ਕੋਲ 100 ਪੁਆਇੰਟ ਹੈਗਾ ਜੀ। ਯੋਜਨਾਬੰਦੀ ਹੁਣ ਕੀ ਹੈਗਾ ਇੱਕ ਸਾਡੇ ਕੋਲ ਇੱਕ ਮੁੱਖ ਅਧਿਆਪਕ ਹੈ ਜਿਨ੍ਹਾਂ ਨੇ ਇੱਕ ਰੋਲ ਅਦਾ ਕਰਨਾ ਹੈ ਆਪਣਾ ਔਰ ਇੱਕ ਰਿਸਪੌਂਸਿਬਿਲਟੀ ਲੈ ਕੇ ਚੱਲਣੀ ਹੈਗੀ ਆ। ਆਪਾਂ ਕਹਿ ਦਿੰਦੇ ਕਿ ਸਕੂਲ ਦੇ ਵਿੱਚ ਮੁੱਖ ਅਧਿਆਪਕ ਦਾ ਰੋਲ ਕੀ ਹੈਗਾ ਸਿਰਫ ਬੱਚਿਆਂ ਦੇ ਉੱਪਰ ਕੀ ਕਰਨਾ ਰੂਲ ਲਾਗੂ ਕਰਦੇ ਨੇ। ਉਹ ਰੂਲਸ ਜਿਹੜੇ ਹੈਗੇ ਨੇ ਜਦੋਂ ਇੱਕ ਮੁੱਖ ਅਧਿਆਪਕ ਦੀ ਫਿਰ ਇਹ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਅਸੀਂ ਇੱਕ ਸਮੁਦਾਇ ਦਾ ਹਿੱਸਾ ਹਾਂ ਤਾਂ ਸਮੁਦਾਇ ਦੇ ਵਿੱਚ ਹੀ ਜਾ ਕੇ ਅਸੀਂ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ ਔਰ ਜਿਹੜੀਆਂ ਸਾਡੀਆਂ ਲਾਈਫ ਦੀਆਂ ਬੇਸਿਕ ਨੀਡਸ ਹੈਗੀਆਂ ਨੇ ਉਸ ਨੂੰ ਅਚੀਵ ਕਰਨ ਦੇ ਲਈ ਸਾਨੂੰ ਵੀ ਪ੍ਰੈਕਟੀਕਲ ਹੋਣਾ ਪਊਗਾ ਆਪਣੀਆਂ ਐਮਪਾਵਰਮੈਂਟਸ ਦੇ ਨਾਲ ਆਪਣੀਆਂ ਏਕੀਕਰਨ ਸ਼ਕਤੀ ਰੂਪ ਦੇ ਵਿੱਚ ਜਿਹੜੀ ਸਾਡੇ ਕੋਲ ਇੰਟੀਗ੍ਰੇਟਿਡ ਪਾਵਰਸ ਹੈਗੀਆਂ ਨੇ ਏਕੀਕਰਨ ਜਿਹੜੀਆਂ ਸ਼ਕਤੀਆਂ ਹੈਗੀਆਂ ਨੇ ਉਹਨਾਂ ਦੀ ਦੁਰਵਰਤੋਂ ਨਾ ਕਰਦੇ ਹੋਏ ਉਹਨਾਂ ਨੂੰ ਇੱਕ ਸਾਰਥਕ ਰੂਪ ਦੇ ਵਿੱਚ ਵਰਤੋਂ ਦੇ ਵਿੱਚ ਲਿਆ ਕੇ ਹੀ ਇੱਕ ਅਮਲੀ ਰੂਪ ਦੇ ਕੇ ਉੱਥੇ ਸਾਰਥਕ ਨਤੀਜੇ ਜਿਹੜੇ ਹੈਗੇ ਨੇ ਉਹ ਪ੍ਰਾਪਤ ਕੀਤੇ ਜਾ ਸਕਦੇ ਹਨ। ਜਦੋਂ ਅਸੀਂ ਇਸ ਗੱਲ ਨੂੰ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਆਪਾਂ ਦੇਖਦੇ ਜਿਹੜਾ ਮੁੱਖ ਅਧਿਆਪਕ ਹੈਗਾਗਾ ਉਹਦੀ ਫਿਰ ਇੱਕ ਰੋਲ ਐਂਡ ਰਿਸਪੌਂਸਿਬਿਲਟੀ ਕੀ ਬਣ ਗਈ ਕਿ ਪਲਾਨਿੰਗ ਕਰਨੀ। ਕਾਹਦੀ ਪਲਾਨਿੰਗ ਕਰਨੀ? ਦੇਖੋ ਆਪਾਂ ਕਹਿੰਦਾ ਵੀ ਸਮੁਦਾਇ ਦੇ ਪ੍ਰਤੀ ਸਿੱਖਿਆ ਦੇ ਪ੍ਰਤੀ ਨਹੀਂ ਇੱਕ ਸਮੁਦਾਇ ਦੇ ਪ੍ਰਤੀ ਵੀ ਇੱਕ ਸਮੁਦਾਇ ਦੇ ਵਿੱਚ ਤੁਸੀਂ ਮੁੱਖ ਅਧਿਆਪਕ ਜਿਹੜਾ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਉਸ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਕਿਤੇ ਨਾ ਕਿਤੇ ਇੱਕ ਵਿਦਿਆਰਥੀ ਦਾ ਜਿਹੜਾ ਗਿਆਨ ਦਾ ਆਦਾਨ ਪ੍ਰਦਾਨ ਹੈਗਾਗਾ ਉਹ ਸਮੁਦਾਇ ਦੇ ਅਨੁਸਾਰ ਹੀ ਹੋਣਾ ਚਾਹੀਦਾ ਹੈ ਤਾਂ ਕਿ ਵਿਅਕਤੀ ਦਾ ਜਿਹੜਾ ਜੀਵਨ ਹੈਗਾਗਾ ਉਸ ਨੂੰ ਇਹ ਪਤਾ ਲੱਗੇ ਕਿ ਮੈਂ ਆਪਣੀ ਲਾਈਫ ਨੂੰ ਅੱਗੇ ਸਪੈਂਡ ਕਰਨਾ ਹੈ ਤਾਂ ਮੈਂ ਲਾਈਫ ਨੂੰ ਸਪੈਂਡ ਕਰਦੇ ਕਰਦੇ ਮੇਰੀ ਕਿਸੇ ਕੰਮ ਨੂੰ ਪੂਰਾ ਕਰਨ ਦੇ ਲਈ ਪਹਿਲਾਂ ਮੇਰੇ ਕੋਲੇ ਪਲਾਨਿੰਗ ਬਣੀ ਹੋਣੀ ਚਾਹੀਦੀ ਹੈ, ਯੋਜਨਾ ਬਣੀ ਹੋਣੀ ਚਾਹੀਦੀ ਹੈ ਕਿਉਂਕਿ ਯੋਜਨਾ ਬਣੀ ਹੋਊਗੀ ਤਾਂ ਉਹਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੋਊਗਾ ਉਹਦੇ ਵਿੱਚ ਸਮਾਂ ਨਿਰਧਾਰਿਤ ਅਨੁਸਾਰ ਵੱਖ-ਵੱਖ ਗਤੀਵਿਧੀਆਂ ਸ਼ਾਮਲ ਹੋਣਗੀਆਂ ਜਿਸ ਦੇ ਨਾਲ ਅਸੀਂ ਆਪਣਾ ਟਾਰਗੇਟ ਜੋ ਏਮ ਮਿੱਥਿਆ ਹੁੰਦਾ ਅਸੀਂ ਫਿਰ ਉਸ ਨੂੰ ਪੂਰਾ ਕਰ ਸਕਦੇ ਹਾਂ। ਤਾਂ ਮੁੱਖ ਅਧਿਆਪਕ ਨੂੰ ਇਹ ਪਲਾਨਿੰਗ ਦੀ ਜ਼ਿੰਮੇਵਾਰੀ ਵੀ ਇੱਕ ਸਮੁਦਾਇ ਦੇ ਪ੍ਰਤੀ ਔਰ ਇੱਕ ਆਪਣਾ ਰੋਲ ਜਿਹੜਾ ਹੈਗਾਗਾ ਇੱਕ ਬੱਚੇ ਦੇ ਪ੍ਰਤੀ ਨਿਭਾਉਣਾ ਚਾਹੀਦਾ ਹੈ। ਨੈਕਸਟ ਸਾਡੇ ਕੋਲੇ ਆ ਜਾਂਦਾ ਜੀ ਸਮੁਦਾਇ ਦੇ ਸੰਬੰਧ। ਮੈਂ ਕਹਿਣ ਤੋਂ ਭਾਵ ਕੀ ਹੈਗਾ
ਨੂੰ ਇੱਕ ਰੁਤਬਾ ਜਿਹੜਾ ਮਿਲਿਆ ਹੋਇਆ ਹੈਗਾਗਾ, ਉਸ ਦੀ ਜਿਹੜੀ ਇੱਕ ਜ਼ਿੰਮੇਵਾਰੀ ਬਣੀ ਹੋਈ ਹੈ ਇੱਕ ਰੋਲ ਨਿਭਾਉਣ ਦੀ, ਉਹ ਐਜ਼ ਏ ਡਿਜ਼ਾਈਨੇਸ਼ਨ ਕੀ ਹੈਗਾਗਾ, ਉਹ ਇੱਕ ਹੈਡ ਮਾਸਟਰ ਹੈ। ਤਾਂ ਹੈਡ ਮਾਸਟਰ ਹੋਣ ਦੇ ਨਾਤੇ ਉਸ ਦਾ ਇੱਕ ਸਮੁਦਾਇ ਦੇ ਨਾਲ ਵੱਖ-ਵੱਖ ਰੂਪਾਂ ਦੇ ਵਿੱਚ ਜਿਹੜਾ ਸੰਬੰਧ ਹੈਗਾਗਾ ਉਹ ਵੇਖਣ ਨੂੰ ਮਿਲ ਸਕਦਾ ਹੈ। ਕਿਸ ਢੰਗ ਦੇ ਨਾਲ? ਰਿਲੇਸ਼ਨਸ ਵਿਦ ਸਟਾਫ। ਰਿਲੇਸ਼ਨਸ ਵਿਦ ਸਟਾਫ ਸਭ ਤੋਂ ਪਹਿਲਾਂ ਇਹਦੇ ਵਿੱਚ ਸਬ ਪੁਆਇੰਟ ਆਉਂਦਾ ਜੀ ਰਿਲੇਸ਼ਨਸ ਵਿਦ ਸਟਾਫ। ਹੁਣ ਉਸ ਦਾ ਆਪਣੇ ਕਰਮਚਾਰੀਆਂ ਦੇ ਨਾਲ ਕਿਹੋ ਜਿਹਾ ਸੰਬੰਧ ਹੈ? ਸਭ ਤੋਂ ਪਹਿਲਾਂ ਤਾਂ ਇਹ ਗੱਲ ਆਉਂਦੀ ਹੈ ਕਿ ਜਿਹੜਾ ਹੈਡਮਾਸਟਰ ਹੈਗਾਗਾ ਉਸ ਦੀ ਜਿਹੜੀ ਇੱਕ ਰੋਲ ਐਂਡ ਰਿਸਪੌਂਸਿਬਿਲਟੀ ਦੀ ਗੱਲ ਕੀਤੀ ਗਈ ਹੈਗੀ ਆ। ਕਹਿੰਦੇ ਸਮੁਦਾਇ ਦੇ ਵਿੱਚ ਸੰਬੰਧ ਉਸ ਦਾ ਕਿਹੜੇ ਕਿਹੜੇ ਰੂਪ ਦੇ ਵਿੱਚ ਹੋਣਾ ਚਾਹੀਦਾ ਹੈ। ਰਿਲੇਸ਼ਨ ਵਿਦ ਦਾ ਸਟਾਫ। ਹੁਣ ਜੇਕਰ ਉਹਦਾ ਜਿਹੜੇ ਉਸਦੇ ਆਪਣੇ ਸਹਿਕਰਮੀ ਹਨ ਤਾਂ ਕਹਿੰਦੇ ਉਸ ਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਇਹ ਮੇਰੇ ਨਾਲੋਂ ਛੋਟੇ ਅਹੁਦੇ ਤੇ ਹੈ ਔਰ ਮੈਂ ਇੱਕ ਮੁੱਖ ਅਧਿਆਪਕ ਹਾਂ, ਮੈਂ ਪ੍ਰਿੰਸੀਪਲ ਹਾਂ। ਤਾਂ ਕਹਿੰਦੇ ਉਹ ਜਿਹੜੀਆਂ ਇੱਕ ਸਮੁਦਾਇ, ਦੇਖੋ ਕੀ ਹੈਗਾ ਕਿ ਸਟਾਫ ਵੀ ਇੱਕ ਸਮੁਦਾਇ ਦਾ ਹਿੱਸਾ ਹੈ। ਤਾਂ ਕਹਿੰਦੇ ਜਿਹੜੀਆਂ ਇੱਕ ਸਾਡੇ ਸਹਿਕਰਮੀਆਂ ਨੂੰ ਇੱਕ ਬੱਚਿਆਂ ਨੂੰ ਸਿੱਖਿਆ ਦੇ ਖੇਤਰ ਦੇ ਵਿੱਚ ਉન્નਤੀ ਦੇ ਰਾਸਤੇ ਦੇ ਉੱਤੇ ਜੋ ਵੀ ਔਕੜਾਂ ਸਾਹਮਣੇ ਆ ਰਹੀਆਂ ਹਨ, ਉਹਨਾਂ ਔਕੜਾਂ ਨੂੰ ਖੁਦ ਆਪਣੇ ਆਪ ਤੇ ਲੈ ਕੇ ਇੱਕ ਰੋਲ ਨਿਭਾਉਣਾ ਚਾਹੀਦਾ, ਇੱਕ ਜ਼ਿੰਮੇਵਾਰੀ ਲੈ ਕੇ ਉਸ ਨੂੰ ਸਮਾਧਾਨ ਕਰਨਾ ਚਾਹੀਦਾ ਹੈ। ਜੋ ਵੀ ਔਕੜਾਂ ਆ ਰਹੀਆਂ ਹਨ, ਜੋ ਵੀ ਪਰੇਸ਼ਾਨੀਆਂ ਆ ਰਹੀਆਂ ਹਨ, ਇੱਕ ਬੱਚਾ ਦਾ ਇੱਕ ਸੰਬੰਧ ਕਾਇਮ ਕਰਨ ਦੇ ਲਈ ਇੱਕ ਕਮਿਊਨਿਟੀ ਦੇ ਰੂਪ ਦੇ ਵਿੱਚ ਤੇ ਇੱਕ ਐਜ਼ ਏ ਲੀਡਰ ਹੋਣ ਦੇ ਨਾਤੇ ਇੱਕ ਹੈਡ ਟੀਚਰ ਦੀ ਇਹ ਰਿਸਪੌਂਸਿਬਿਲਟੀ ਬਣ ਜਾਂਦੀ ਹੈ। ਫਿਰ ਇੱਕ ਰੋਲ ਨਿਭਾਉਂਦਾ ਹੈ ਕਿ ਮੈਂ ਤੁਹਾਡੇ ਸਾਰਿਆਂ ਦੇ ਨਾਲ ਇੱਕ ਸਹਿਕਰਮੀ ਹਾਂ ਔਰ ਜਿਹੜਾ ਇੱਕ ਵਹਿਮ ਹੁੰਦਾ ਹੈ ਉੱਚੇ ਨੀਵੇਂ ਹੋਣ ਦਾ, ਕਹਿੰਦੇ ਉਸ ਫਰਕ ਨੂੰ ਖਤਮ ਕਰਕੇ ਇੱਕ ਲੈਵਲ ਦੇ ਵਿੱਚ ਆ ਕੇ ਉਸ ਨੂੰ ਜਿਹੜੀਆਂ ਬੱਚੇ ਦੇ ਪਰੇਸ਼ਾਨੀਆਂ ਹਨ ਇੱਕ ਸਮੁਦਾਇ ਦੇ ਰੂਪ ਦੇ ਵਿੱਚ ਉਸ ਨੂੰ ਖਤਮ ਕਰ ਦੇਣੀਆਂ ਚਾਹੀਦੀਆਂ ਹਨ। ਨੈਕਸਟ ਰਿਲੇਸ਼ਨ ਦੀ ਗੱਲ ਹੋ ਰਹੀ ਹੈ ਜੀ ਰਿਲੇਸ਼ਨਸ ਵਿਦ ਦਾ ਪੀਪਲਸ। ਰਿਲੇਸ਼ਨ ਵਿਦ ਪੀਪਲਸ relation with pupils मतलब ਕੀ ਹੈਗਾ ਜਿਹੜਾ ਅਸੀਂ ਆ ਸ਼ਬਦ ਯੂਜ਼ ਕਰਦੇ ਹਾਂ ਨਾ ਜੇ ਪੀਪਲਸ ਰਿਲੇਸ਼ਨਸ ਵਿਦ ਪੀਪਲਸ ਕਹਿਣ ਤੋਂ ਭਾਵ ਕੀ ਹੋਗਾ ਸਿੱਖਿਆਰਥੀ। ਹੁਣ ਇੱਕ ਮੁੱਖ ਅਧਿਆਪਕ ਦਾ ਸਿੱਖਿਆਰਥੀਆਂ ਦੇ ਨਾਲ ਜਿਹੜਾ ਸੰਬੰਧ ਹੈਗਾਗਾ ਉਹ ਕਿਹੋ ਜਿਹਾ ਹੋਣਾ ਚਾਹੀਦਾ। ਦੇਖੋ ਆਪਾਂ ਮੇਨ ਪੁਆਇੰਟ ਕਰ ਰਹੇ ਹਾਂ ਸਮੁਦਾਇ ਸੰਬੰਧ, ਕਮਿਊਨਿਟੀ ਰਿਲੇਸ਼ਨਸ। ਹੁਣ ਸਾਡੇ ਕੋਲ ਇੱਕ ਸਮੁਦਾਇ ਦੇ ਪ੍ਰਤੀ ਇੱਕ ਮੁੱਖ ਅਧਿਆਪਕ ਦੀ, ਇੱਕ ਹੈਡ ਟੀਚਰ ਦੀ ਇੱਕ ਰੋਲ ਐਂਡ ਰਿਸਪੌਂਸਿਬਿਲਟੀ ਕੀ ਬਣ ਜਾਂਦੀ ਹੈ ਕਿ ਸਟਾਫ ਦੇ ਵਿੱਚ ਜੋ ਵੀ ਇੱਕ ਸਿੱਖਿਆ ਦਾ ਜਾਂ ਆਪਾਂ ਗਿਆਨ ਦਾ ਆਦਾਨ ਪ੍ਰਦਾਨ ਕਰ ਰਹੇ ਹਾਂ ਔਰ ਬੱਚਿਆਂ ਦੀਆਂ ਕਾਫੀ ਤਰ੍ਹਾਂ ਦੀਆਂ ਪਰੇਸ਼ਾਨੀਆਂ ਹਨ, ਉਹਨਾਂ ਦਾ ਕੀ ਕਰਨਾ ਚਾਹੀਦਾ? ਸਮਾਧਾਨ ਕਰਨਾ ਚਾਹੀਦਾ ਹੈ। ਤੇ ਇੱਕ ਮੁੱਖ ਅਧਿਆਪਕ ਨੂੰ ਸਿਰਫ ਆਪਣੇ ਕਮਰੇ ਦੇ ਵਿੱਚ ਬੈਠ ਕੇ ਜਾਂ ਇੱਕ ਆਪਣੇ ਕਮਰੇ ਦੇ ਵਿੱਚ ਸਹਿਕਰਮੀਆਂ ਦੇ ਨਾਲ ਮੀਟਿੰਗ ਕਰਨਾ ਹੀ ਮਕਸਦ ਹੀ ਨਹੀਂ ਹੈ, ਬਲਕਿ ਕਮਰੇ ਦੇ ਵਿੱਚੋਂ ਬਾਹਰ ਨਿਕਲ ਕੇ ਸਮਾਜ ਦੇ ਵਿੱਚ ਜੋ ਆਪਾਂ ਨੂੰ ਦੇਖਣ ਨੂੰ ਮਿਲਿਆ ਹੈ ਕਿ ਸਮਾਜ ਦੇ ਵਿੱਚ ਇਸ ਤਰੀਕੇ ਦੀਆਂ ਪਰੇਸ਼ਾਨੀਆਂ ਆ ਰਹੀਆਂ ਹਨ ਤਾਂ ਬੱਚਿਆਂ ਨੂੰ ਵੱਖ-ਵੱਖ ਤਰੀਕੇ ਨਾਲ ਪ੍ਰੋਗਰਾਮ ਕਰਵਾ ਕੇ ਆਪਣੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਇੱਕ ਹੈਡ ਟੀਚਰ ਦੀ ਕਿ ਅਸੀਂ ਉਹਨਾਂ ਬੱਚਿਆਂ ਤੋਂ ਉਸ ਤਰੀਕੇ ਦੇ ਰੋਲ ਇੱਕ ਪਲੇ ਕਰਵਾਏ ਜਾਣ ਜਿਸ ਦੇ ਨਾਲ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਔਰ ਉਹਨਾਂ ਦੀ ਦੂਰ ਦ੍ਰਿਸ਼ਟੀ ਸੋਚ ਬਣਾਈ ਜਾ ਸਕੇ। ਇਹ ਵੱਖ-ਵੱਖ ਢੰਗ ਤਰ੍ਹਾਂ ਆਪਾਂ ਕਹਿ ਸਕਦੇ ਵੱਖ-ਵੱਖ ਢੰਗਾਂ ਦੇ ਨਾਲ ਇੱਕ ਸੁਚਾਰੂ ਰੂਪ ਦੇ ਵਿੱਚ ਵਿਦਿਆਰਥੀਆਂ ਦਾ ਇੱਕ ਸਿੱਖਿਆਰਥੀਆਂ ਦਾ ਜਿਹੜਾ ਰਿਲੇਸ਼ਨ ਹੈਗਾਗਾ ਉਹ ਇੱਕ ਹੈਡ ਟੀਚਰ ਦਾ ਬਹੁਤ ਵਧੀਆ ਜੇਕਰ ਰੋਲ ਐਂਡ ਰਿਸਪੌਂਸਿਬਿਲਟੀ ਹੋਊਗੀ ਤਾਂ ਬੱਚਿਆਂ ਦੇ ਵਿੱਚ ਗਿਆਨ ਦਾ ਆਦਾਨ ਪ੍ਰਦਾਨ ਬਹੁਤ ਵਧੀਆ ਢੰਗ ਦੇ ਨਾਲ ਪਾਇਆ ਜਾ ਸਕਦਾ ਹੈ। ਫਿਰ ਉੱਥੇ ਗੱਲ ਆਉਂਦੀ ਹੈਗੀ ਜੀ ਰਿਲੇਸ਼ਨਸ ਵਿਦ ਦਾ ਕੀ ਹੋਊਗਾ ਜੀ? ਨੈਕਸਟ ਦੇਖੋ ਸਟਾਫ ਹੋ ਗਿਆ ਸਾਡੇ ਕੋਲੇ, ਪੀਪਲਸ ਹੋ ਗਿਆ ਸਾਡੇ ਕੋਲੇ, ਫਿਰ ਪੇਰੈਂਟਸ। ਤੀਸਰੀ ਗੱਲ ਆ ਜਾਂਦੀ ਸਾਡੇ ਕੋਲੇ ਰਿਲੇਸ਼ਨ ਵਿਦ ਪੇਰੈਂਟਸ। ਰਿਲੇਸ਼ਨਸ with parents ਇੱਕ ਹੈ ਟੀਚਰ ਦਾ ਮਾਪਿਆਂ ਦੇ ਨਾਲ, ਇੱਕ ਮੁੱਖ ਅਧਿਆਪਕ ਦਾ ਸਿੱਖਿਆਰਥੀਆਂ ਦੇ ਮਾਪਿਆਂ ਦੇ ਨਾਲ ਵੀ ਇੱਕ ਸੰਬੰਧ। ਤਾਂ ਇਹੋ ਜਿਹਾ ਰੋਲ ਜਾਂ ਜ਼ਿੰਮੇਵਾਰੀ ਕੀ ਬਣਦੀ ਹੈ ਕਿ ਵਿਦਿਆਰਥੀਆਂ ਨੇ ਜਮਾਤ ਦੇ ਵਿੱਚ ਕੀ ਕਿਰਿਆਵਾਂ ਕੀਤੀਆਂ ਔਰ
ਸਮੱਸਿਆਵਾਂ ਦਾ ਸਮਾਧਾਨ ਹੋਇਆ। ਵੱਖ-ਵੱਖ ਸਮੇਂ ਦੇ ਉੱਤੇ ਮਾਪਿਆਂ ਦੇ ਨਾਲ ਮੀਟਿੰਗ ਕਰਕੇ ਪੀਟੀਏ ਨੂੰ ਅਸੀਂ ਕਹਿ ਦਿੰਦੇ ਹਾਂ ਪੇਰੈਂਟਸ ਟੀਚਰ ਮੀਟਿੰਗ ਜਿਹੜੀ ਹੁੰਦੀ ਹੈ ਉਹ ਇਸੇ ਲਈ ਹੁੰਦੀ ਹੈ ਕਿ ਇੱਕ ਮੁੱਖ ਅਧਿਆਪਕ ਵੀ ਉੱਥੇ ਆਪਣਾ ਰੋਲ ਅਦਾ ਕਰੇ, ਮਾਪਿਆਂ ਦੇ ਨਾਲ ਮਿਲ ਕੇ ਜੋ ਬੱਚਿਆਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਹਨ ਜੇਕਰ ਉਹ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ ਤਾਂ ਨੋ ਡਾਊਟ ਫਿਰ ਟੀਚਰ ਨੂੰ, ਮੁੱਖ ਅਧਿਆਪਕ ਨੂੰ ਇਹ ਜ਼ਿੰਮੇਵਾਰੀ ਲੈਣੀ ਪਊਗੀ ਔਰ ਇੱਕ ਰੋਲ ਨਿਭਾਉਣਾ ਪਊਗਾ। ਕੀ ਰੋਲ ਨਿਭਾਉਣਾ ਪਊਗਾ ਕਿ ਮਾਪਿਆਂ ਨੂੰ ਮਿਲਿਆ ਜਾ ਸਕੇ ਔਰ ਬੱਚਿਆਂ ਦੀ ਜੋ ਅਸਲ ਪਰੇਸ਼ਾਨੀ ਹੈ ਉਸ ਨੂੰ ਸਮਝਿਆ ਜਾ ਸਕੇ ਔਰ ਉਸ ਦਾ ਸਮਾਧਾਨ ਕੀਤਾ ਜਾ ਸਕੇ, ਉਸ ਨੂੰ ਖਤਮ ਕੀਤਾ ਜਾ ਸਕੇ ਤਾਂ ਕਿ ਬੱਚਿਆਂ ਦੀ ਜਿਹੜੀ ਉન્નਤੀ ਹੈਗੀ ਹੈ ਜਾਂ ਇਹਦਾ ਵਿਕਾਸ ਜਿਹੜਾ ਹੈਗਾ ਉਹ ਸਟੇਬਲ ਨਾ ਹੋ ਸਕੇ। ਬੱਚਿਆਂ ਨੂੰ ਜੇਕਰ ਇੱਕ ਸਿੱਖਿਆ ਦੇ ਰੂਪ ਦੇ ਵਿੱਚ ਅਸੀਂ ਇੱਕ ਡਾਇਨਾਮਿਕ ਪ੍ਰੋਸੈਸ ਦੇ ਵਿੱਚ ਲੈ ਕੇ ਆਉਂਦੇ ਆ ਇੱਕ ਉਹਨਾਂ ਦੀ ਨੌਲੇਜ ਨੂੰ, ਤਾਂ ਨੋ ਡਾਊਟ ਉਹਨਾਂ ਦਾ ਜਿਹੜਾ ਹੈਲਦੀ ਫੁੱਲਦੀ ਹੋਣਾ ਔਰ ਉਹਨਾਂ ਦੀ ਜਿਹੜੀ ਪਰੇਸ਼ਾਨੀਆਂ ਹੈਗੀਆਂ ਨੇ ਉਹਨਾਂ ਨੂੰ ਵੀ ਖਤਮ ਕਰਨਾ ਪਊਗਾ। ਉਹ ਇੱਕ ਮੁੱਖ ਅਧਿਆਪਕ ਉੱਥੇ ਬਹੁਤ ਵੱਡੇ ਤਰੀਕੇ ਨਾਲ ਆਪਣਾ ਰੋਲ ਐਂਡ ਜ਼ਿੰਮੇਵਾਰੀ ਨੂੰ ਲੈ ਕੇ ਇੱਕ ਸਬੰਧ ਦੇ ਵਿੱਚ ਲੈ ਕੇ ਆਉਂਦਾ ਮਾਪਿਆਂ ਨੂੰ ਆਪਣੇ ਨਾਲ। ਤਾਂ ਨੈਕਸਟ ਜਿਹੜਾ ਇਹਦੇ ਵਿੱਚ ਆ ਜਾਂਦਾ ਰਿਲੇਸ਼ਨ ਵਿਦ ਦ ਕਮਿਊਨਿਟੀ, ਰਿਲੇਸ਼ਨਸ ਵਿਦ ਕਮਿਊਨਿਟੀ। Relations with community, ਲੋ ਜੀ ਇੱਥੇ ਇੱਕ ਸਮਾਜਿਕ ਰੂਪ ਦੇ ਵਿੱਚ ਗੱਲ ਹੋ ਰਹੀ ਹੈ, ਇੱਕ ਸਮੁਦਾਇ ਦੇ ਸੰਬੰਧ ਦੇ ਵਿੱਚ ਉਹੀ ਪੁਆਇੰਟ ਸਾਡੇ ਕੋਲੇ ਆ ਗਿਆ ਕਿ ਇੱਕ ਅਧਿਆਪਕ ਦਾ, ਮੁੱਖ ਅਧਿਆਪਕ ਦਾ ਕੀ ਹੈਗਾ ਰੋਲ ਤੇ ਜ਼ਿੰਮੇਵਾਰੀਆਂ ਇੱਕੋ ਸਮਾਜ ਦੇ ਨਾਲ ਵੀ ਜੁੜਿਆ ਹੋਇਆ ਹੈ। ਮਤਲਬ ਇੱਕ ਮੁੱਖ ਅਧਿਆਪਕ ਹੋਣ ਦੇ ਨਾਤੇ ਉਹ ਆਪਣੇ ਜੀਵਨ ਨੂੰ ਕਿਤੇ ਬਤੀਤ ਕਰ ਰਿਹਾ ਹੈ, ਇੱਕ ਕਮਿਊਨਿਟੀ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਹੈ। ਤਾਂ ਉੱਥੋਂ ਦੀਆਂ ਸੋਚ, ਉੱਥੋਂ ਦੀਆਂ ਇੱਕ ਗਿਆਨ ਹਾਸਲ ਕਰਕੇ ਆਪਣੇ ਕਿਰਿਆਵਾਂ ਦੇ ਰਾਹੀਂ ਤਾਂ ਕੀ ਹੋਊਗਾ ਵਿਦਿਆਰਥੀਆਂ ਦੇ ਵਿੱਚ ਵੀ ਉਹ ਗਿਆਨ ਬੱਚਿਆਂ ਦੇ ਵਿੱਚ ਆਦਾਨ ਪ੍ਰਦਾਨ ਕਰ ਸਕਦੇ ਹਨ। ਤਾਂ ਜੋ ਸਮਾਜ ਦੇ ਵਿੱਚ ਵਿਚਰਦਾ ਦੇਖਦੇ ਹਨ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਪਰੇਸ਼ਾਨੀਆਂ ਬਣ ਸਕਦੀਆਂ ਹਨ ਸਿੱਖਿਆਰਥੀਆਂ ਦੇ ਲਈ, ਤਾਂ ਵਰਤਮਾਨ ਸਮੇਂ ਦੇ ਵਿੱਚ ਫਿਰ ਇੱਕ ਟੀਚਰ ਜਿਹੜਾ ਹੈਗਾ, ਇੱਕ ਮੁੱਖ ਅਧਿਆਪਕ ਜਿਹੜਾ ਹੈਗਾ ਸਾਡੇ ਕੋਲੇ, ਉਹ ਇੱਕ ਰੋਲ ਨਿਭਾਊਗਾ, ਫਿਰ ਉਹ ਜ਼ਿੰਮੇਵਾਰੀ ਨਿਭਾਊਗਾ ਰਿਲੇਸ਼ਨ ਵਿਦ ਦਾ ਕਮਿਊਨਿਟੀ। ਮਤਲਬ ਉਹਦਾ ਇੱਕ ਸਮਾਜ ਦੇ ਨਾਲ ਵੀ ਸੰਬੰਧ ਹੈ, ਉਹਦਾ ਇੱਕ ਸਮੁਦਾਇ ਦੇ ਰੂਪ ਦੇ ਵਿੱਚ ਉਹਦਾ ਕਿਸੇ ਨਾ ਕਿਸੇ ਤਰੀਕੇ ਨਾਲ ਉਹਦਾ ਸੰਬੰਧ ਵੇਖਣ ਨੂੰ ਸਾਨੂੰ ਮਿਲਦਾ ਹੈ। ਤਾਂ ਨੈਕਸਟ ਸਾਡੇ ਕੋਲ ਸਬ ਪੁਆਇੰਟ ਆਊਗਾ ਜੀ ਵਿਦਿਆਰਥੀਆਂ ਦੀ ਰਿਪੋਰਟ। ਵਿਦਿਆਰਥੀਆਂ ਦੀ ਰਿਪੋਰਟ ਵਿਦਿਆਰਥੀਆਂ ਦੀ ਰਿਪੋਰਟ। ਹੁਣ ਦੇਖੋ ਇੱਕ ਮੁੱਖ ਅਧਿਆਪਕ ਜਿਹੜਾ ਹੈਗਾ ਜੇਕਰ ਇਹ ਰੋਲ ਅਦਾ ਨਹੀਂ ਕਰੂਗਾ ਕਿ ਵਿਦਿਆਰਥੀਆਂ ਦੀ ਜਿਹੜੀ ਰਿਪੋਰਟ ਹੈਗੀ ਉਹ ਸਮੇਂ ਅਨੁਸਾਰ ਕਲੈਕਟ ਨਹੀਂ ਕਰੂਗਾ ਤਾਂ ਵਰਤਮਾਨ ਸਮਾਂ ਜਿਹੜਾ ਹੈਗਾ ਉਹ ਵਿਦਿਆਰਥੀਆਂ ਲਈ ਸੁਖਾਲਾ ਹੋ ਜਾਊਗਾ, ਆਉਣ ਵਾਲਾ ਸਮਾਂ ਉਹਨਾਂ ਲਈ ਕੀ ਹੋ ਜਾਊਗਾ ਜੀ ਔਖਾ ਹੋ ਜਾਊਗਾ। ਹੁਣ ਆਉਣ ਵਾਲੇ ਸਮੇਂ ਦੀਆਂ ਪਰੇਸ਼ਾਨੀਆਂ ਨੂੰ ਵਰਤਮਾਨ ਸਮੇਂ ਦੇ ਵਿੱਚ ਸਮਝ ਕੇ ਹੀ ਉਹਨਾਂ ਨੂੰ ਜਾਗਰੂਕ ਕਰਕੇ ਉਹਨਾਂ ਦੇ ਪ੍ਰਤੀ ਰਿਪੋਰਟ ਤਿਆਰ ਕੀਤੀ ਜਾਊਗੀ। ਤਾਂ ਮਤਲਬ ਕੀ ਹੋਊਗਾ ਇੱਕ ਮੁੱਖ ਅਧਿਆਪਕ ਪ੍ਰਬੰਧਕ ਬਣਾਉਂਦਾ ਹੈ, ਪ੍ਰਬੰਧਕਾਂ ਦੇ ਨਾਲ ਸਹਿਕਰਮੀਆਂ ਦੇ ਨਾਲ ਮਿਲ ਕੇ ਮੀਟਿੰਗ ਕਰਕੇ ਵਿਦਿਆਰਥੀਆਂ ਨੂੰ ਕੀ ਰੂਲਸ ਐਂਡ ਰੈਗੂਲੇਸ਼ਨਸ ਇੰਪਲੀਮੈਂਟ ਕਰਨੇ ਚਾਹੀਦੇ ਹਨ ਜਿਸ ਦੇ ਨਾਲ ਵਿਦਿਆਰਥੀਆਂ ਦੀ, ਸਿੱਖਿਆਰਥੀਆਂ ਦੀ ਕੀ ਹੋ ਸਕੇ ਡਿਵੈਲਪਮੈਂਟ ਹੋ ਸਕੇ, ਚੰਗੀ ਗਰੋਥ ਹੋ ਸਕੇ। ਤਾਂ ਉਸ ਦੇ ਨਾਲ ਜਿਹੜਾ ਇੱਕ ਉਹਦੇ ਕੋਲ ਮੁੱਖ ਅਧਿਆਪਕ ਕੋਲ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਵੱਖ-ਵੱਖ ਕਲਾਸਰੂਮ ਦੇ ਵਿੱਚ ਜਾ ਕੇ ਵੱਖ-ਵੱਖ ਬੱਚਿਆਂ ਦੇ ਨਾਲ ਮੀਟਿੰਗਾਂ ਕਰਕੇ ਮਿਲ ਕੇ ਉਹਨਾਂ ਦੇ ਨਾਲ ਸੰਬੰਧ ਬਣਾ ਕੇ ਚੰਗੇ ਉਹਨਾਂ ਦੀ ਜੋ ਅਸਲ ਪਰੇਸ਼ਾਨੀਆਂ ਹਨ ਉਸ ਨੂੰ ਸਮਝ ਕੇ ਇੱਕ ਰਿਪੋਰਟ ਤਿਆਰ ਕੀਤੀ ਜਾਵੇ ਔਰ ਉਸ ਰਿਪੋਰਟ ਨੂੰ ਆਪਣੇ ਸਹਿਕਰਮੀਆਂ ਦੇ ਨਾਲ ਸਾਂਝਾ ਕਰਕੇ ਉਸ ਦੇ ਵਿੱਚ ਇੱਕ ਗਿਆਨ ਦੀ ਵਰਤੋਂ ਕੀਤੀ ਜਾਵੇ ਜਿਹੜਾ ਕਿ ਉਹਦਾ ਵੱਖ-ਵੱਖ ਸਮੁਦਾਇ ਦੇ ਨਾਲ ਜਿਹੜਾ ਸੰਬੰਧ ਹੈ ਇੱਕ ਮੁੱਖ ਅਧਿਆਪਕ ਦਾ, ਫਿਰ ਉਸ ਜ਼ਿੰਮੇਵਾਰੀ ਨੂੰ ਨਿਭਾਉਂਦਾ ਹੈ, ਫਿਰ ਉੱਥੇ ਉਹ ਆਪਣਾ ਰੋਲ ਅਦਾ ਕਰਦਾ ਹੈ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਕੀ ਕਰਦਾ ਹੈ ਖਤਮ ਕਰ ਦਿੰਦਾ ਹੈ। ਇਹ ਉਸ ਤੋਂ ਬਾਅਦ ਸਾਡੇ ਕੋਲੇ ਆ ਜਾਂਦਾ ਜੀ ਸਕਾਰਾਤਮਕ ਸਕੂਲੀ ਸੱਭਿਆਚਾਰ। ਸਕਾਰਾਤਮਕ ਸਕੂਲੀ ਸੱਭਿਆਚਾਰ, ਸਕਾਰਾਤਮਕ
देखो सकारात्मक होगा जी पॉजिटिवली ਜਿਹੜੀਆਂ ਸਕੂਲ ਦੇ ਵਿੱਚ ਕਲਚਰਲ ਐਕਟੀਵਿਟੀਜ਼ ਹੁੰਦੀਆਂ ਹਨ ਕਹਿੰਦੇ ਕਲਚਰਲ ਨੂੰ ਇੱਕ ਪੋਜ਼ਿਟਿਵਲੀ ਲਿਆ ਜਾਵੇ ਤਾਂ ਇੱਕ ਮੁੱਖ ਅਧਿਆਪਕ ਦੀ ਇੱਕ ਭੂਮਿਕਾ ਫਿਰ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ। ਕਿਸ ਢੰਗ ਦੇ ਨਾਲ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇੱਕ ਅਧਿਆਪਕ ਹੈ ਕਹਿੰਦੇ ਜਿਹੜੀਆਂ ਵਿਦਿਆਰਥੀਆਂ ਦੇ ਵਿੱਚ ਔਰ ਅਧਿਆਪਕਾਂ ਦੇ ਵਿੱਚ ਜਿਹੜੀ ਪ੍ਰਾਪਤੀ ਪ੍ਰੀਖਿਆ ਹੁੰਦੀ ਹੈ ਨਾ ਫਿਰ ਕਹਿੰਦੇ ਤਿਆਰ ਕਰਦੇ ਹਨ। ਅਧਿਆਪਕ ਕੀ ਕਰਦੇ ਹਨ ਪ੍ਰਾਪਤੀ ਪ੍ਰੀਖਿਆ ਤਿਆਰ ਕਰਦੇ ਹਨ। ਮਤਲਬ ਕੀ ਹੈਗਾਗਾ ਇੱਕ ਮੁੱਖ ਅਧਿਆਪਕ ਹੀ ਜਦੋਂ ਆਪਾਂ ਕਹਿੰਦੇ ਨੇ ਕੋਈ ਫੰਕਸ਼ਨ ਰੱਖਿਆ ਜਾਂਦਾ ਹੈ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਉੱਥੇ ਸਕਾਰਾਤਮਕ ਪੱਖ ਰੱਖੇ ਜਾਂਦੇ ਹਨ। ਮਤਲਬ ਇੱਕ ਇਹ ਮੁੱਖ ਅਧਿਆਪਕ ਦੀ ਜ਼ਿੰਮੇਵਾਰੀ ਬਣਦੀ ਹੈ ਭੂਮਿਕਾ ਬਣਦੀ ਹੈ ਕਿ ਵੱਖ-ਵੱਖ ਵਿਦਿਆਰਥੀਆਂ ਨੇ ਵੱਖ-ਵੱਖ ਸਹਿਕਰਮੀਆਂ ਦੇ ਅੰਦਰ ਗਿਆਨ ਪ੍ਰਾਪਤ ਕਰਕੇ ਉਹਨਾਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਜੋ ਹਾਸਲ ਕੀਤਾ ਹੈ ਸਕਾਰਾਤਮਕ ਰੂਪ ਦੇ ਵਿੱਚ ਤਾਂ ਉਹ ਉੱਥੇ ਮੁੱਖ ਅਧਿਆਪਕ ਖੁਦ ਆਪਣੇ ਆਪ ਉੱਥੇ ਅਨਾਉਂਸ ਕਰਦਾ ਹੈ ਕਿ ਸਾਡੇ ਇਹਨਾਂ ਟੀਚਰਸ ਨੇ ਆਹ ਜ਼ਿੰਮੇਵਾਰੀਆਂ ਲੈ ਕੇ ਇੱਕ ਰੂਲਸ ਐਂਡ ਰੈਗੂਲੇਸ਼ਨ ਨੂੰ ਕਮਿਊਨਿਟੀਜ਼ ਦੇ ਵਿੱਚ ਰਹਿ ਕੇ ਆਪਣੇ ਰੁਤਬੇ ਦੇ ਅਨੁਸਾਰ ਜੋ ਵਿਦਿਆਰਥੀਆਂ ਨੂੰ ਇੱਕ ਗਿਆਨ ਹਾਸਲ ਕਰਵਾਇਆ ਹੈ ਤਾਂ ਉਹ ਇੱਕ ਮੁੱਖ ਅਧਿਆਪਕ ਕੀ ਕਰਦਾ ਹੈਗਾ ਜੀ ਫਿਰ ਉਹਨਾਂ ਨੂੰ ਇੱਕ ਪੋਜ਼ਿਟਿਵਲੀ ਲੈ ਕੇ ਉੱਥੇ ਬੱਚਿਆਂ ਨੂੰ ਐਪਰੀਸ਼ੀਏਟ ਕਰਦਾ ਹੈ ਔਰ ਟੀਚਰ ਨੂੰ ਵੀ ਐਪਰੀਸ਼ੀਏਟ ਕਰਦਾ ਹੈ। ਤਾਂ ਇਹ ਇੱਥੇ ਇੱਕ ਬਹੁਤ ਵੱਡਾ ਰੋਲ ਹੈ ਇੱਕ ਮੁੱਖ ਅਧਿਆਪਕ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਦੋਂ ਅਸੀਂ ਇੱਕ ਕਲਚਰਲ ਐਕਟੀਵਿਟੀਜ਼ ਦੇ ਰਾਹੀਂ ਇੱਕ ਐਪਰੀਸ਼ੀਏਸ਼ਨ ਜਿਹੜੀ ਹੈਗੀ ਇੱਕ ਪੋਜ਼ਿਟਿਵ ਰੂਪ ਦੇ ਵਿੱਚ ਆਪਾਂ ਆਪਣੇ ਅਧਿਆਪਕ ਤੇ ਸਹਿ ਕਰਮਚਾਰੀਆਂ ਨੂੰ ਔਰ ਵਿਦਿਆਰਥੀਆਂ ਨੂੰ ਜੋ ਵੀ ਸਾਡੇ ਮਾਪੇ ਉੱਥੇ ਇੱਕ ਬੱਚੇ ਦੀ ਪੇਸ਼ਕਾਰੀ ਨੂੰ ਵੇਖ ਰਹੇ ਹੁੰਦੇ ਹਨ ਤਾਂ ਇੱਕ ਮਾਪਿਆਂ ਦੀ ਇੱਕ ਕਮਿਊਨਿਟੀ ਦੇ ਨਾਲ ਜੁੜੇ ਹੋਏ ਵਿਅਕਤੀਆਂ ਦੀ ਉਹਨਾਂ ਦੀ ਦੂਰ ਅੰਦੇਸ਼ੀ ਸੋਚ ਬਣ ਜਾਂਦੀ ਹੈ ਕਿ ਜੇਕਰ ਬੱਚੇ ਇਸ ਤਰੀਕੇ ਨਾਲ ਹਾਸਲ ਕਰ ਰਹੇ ਹਨ ਐਕਟੀਵਿਟੀਜ਼ ਦੇ ਨਾਲ ਜੋ ਗਿਆਨ ਹਾਸਲ ਕਰ ਰਹੇ ਹਨ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਲਈ ਕੀ ਹੋਊਗੀ ਜੀ ਹੈਲਪਫੁਲ ਹੋਊਗੀ ਉਹ ਵੀ ਉਹਨਾਂ ਦਾ ਇੱਕ ਉન્નਤੀ ਹੈ ਉਹ ਵੀ ਉਹਨਾਂ ਦਾ ਇੱਕ ਵਿਕਾਸ ਹੈ। ਤਾਂ ਨੈਕਸਟ ਜਿਹੜਾ ਸਾਡੇ ਕੋਲ ਇਸ ਵਿੱਚ ਸਬਜੈਕਟ ਹੈਗਾ ਜੀ ਵਿਭਿੰਨ ਕਿਸਮਾਂ ਦੇ ਮੁੱਦੇ ਵਿਭਿੰਨ ਕਿਸਮਾਂ ਦੇ ਮੁੱਦੇ ਕਿਸਮਾਂ ਦੇ ਮੁੱਦੇ ਵਿਭਿੰਨ ਕਿਸਮਾਂ ਦੇ ਮੁੱਦੇ ਦੇਖੋ ਇੱਕ ਪ੍ਰਿੰਸੀਪਲ ਨੂੰ ਇੱਕ ਹੈਡਮਾਸਟਰ ਨੂੰ ਵੱਖ-ਵੱਖ ਤਰੀਕੇ ਦੇ ਵੱਖ-ਵੱਖ ਟਾਈਪਸ ਦੇ ਆਪਾਂ ਕਹਿ ਦਿੰਦੇ ਆ ਉਹਨਾਂ ਨੂੰ ਇਸ਼ੂਜ਼ ਮਿਲ ਜਾਂਦੇ ਹਨ ਤਾਂ ਉਹਨਾਂ ਇਸ਼ੂਜ਼ ਨੂੰ ਇੱਕ ਅਧਿਆਪਕ ਦੀ ਨਾ ਬਲਕਿ ਮੁੱਖ ਅਧਿਆਪਕ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਔਰ ਇਸ ਤਰੀਕੇ ਨਾਲ ਰੋਲ ਨਿਭਾਉਂਦਾ ਹੈ ਕਿ ਜਿਹੜੇ ਵਿਦਿਆਰਥੀਆਂ ਨੂੰ ਵੱਖ-ਵੱਖ ਤਰੀਕੇ ਦੇ ਮੁੱਦਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਲੱਗ-ਅਲੱਗ ਮੁੱਦਿਆਂ ਦਾ ਤਾਂ ਉਹਨਾਂ ਦਾ ਸਮਾਧਾਨ ਕਿਸ ਤਰ੍ਹਾਂ ਹੋ ਸਕੇ ਤਾਂ ਜੇਕਰ ਸਮਾਧਾਨ ਉਹਨਾਂ ਦਾ ਪੋਜ਼ਿਟਿਵਲੀ ਹੋਊਗਾ ਸਾਰਥਕ ਰੂਪ ਦੇ ਵਿੱਚ ਹੋਊਗਾ ਤਾਂ ਨੋ ਡਾਊਟ ਬੱਚਿਆਂ ਦੇ ਗਿਆਨ ਜਿਹੜਾ ਹੈਗਾਗਾ ਉਹ ਆਉਣ ਵਾਲੇ ਸਮੇਂ ਨਾਲੋਂ ਵਰਤਮਾਨ ਸਮੇਂ ਦੇ ਵਿੱਚ ਜੇਕਰ ਹੱਲ ਕੀਤਾ ਜਾਊਗਾ ਤਾਂ ਬੱਚਿਆਂ ਦਾ ਗਿਆਨ ਕੀ ਹੋਊਗਾ ਜੀ ਆਪਾਂ ਕਹਿੰਦੇ ਨੇ ਡਿਵੈਲਪਮੈਂਟ ਹੋਊਗੀ ਬੱਚੇ ਦੀ। ਔਰ ਜੇਕਰ ਇੱਕ ਹੈਡਮਾਸਟਰ ਹੋਣ ਦੇ ਨਾਤੇ ਅਸੀਂ ਇਹ ਜ਼ਿੰਮੇਵਾਰੀ ਔਰ ਰੋਲ ਨਹੀਂ ਅਦਾ ਨਿਭਾਵਾਂਗੇ ਭੂਮਿਕਾ ਨਹੀਂ ਅਦਾ ਕਰਾਂਗੇ ਕਿ ਜਿਹੜੇ ਵਿਦਿਆਰਥੀਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਮੁੱਦੇ ਖੜੇ ਹੋ ਰਹੇ ਹਨ ਜਾਂ ਇੱਕ ਅਧਿਆਪਕ ਨੂੰ ਲੈ ਕੇ ਔਰ ਜਾਂ ਸਕੂਲ ਦੇ ਪ੍ਰਬੰਧਕਾਂ ਨੂੰ ਲੈ ਕੇ ਵੱਖ-ਵੱਖ ਕਰਮਚਾਰੀ ਜੋ ਆਪਣਾ ਉੱਥੇ ਰੋਲ ਅਦਾ ਕਰ ਰਹੇ ਹਨ ਵੱਖ-ਵੱਖ ਰੁਤਬੇ ਨੂੰ ਲੈ ਕੇ ਤਾਂ ਉੱਥੇ ਜਿਹੜੀਆਂ ਉਹਨਾਂ ਦੀਆਂ ਪਰੇਸ਼ਾਨੀਆਂ ਹੈਗੀਆਂ ਹਨ ਜੇਕਰ ਉਹਨਾਂ ਦਾ ਹੱਲ ਨਹੀਂ ਕੀਤਾ ਜਾਊਗਾ ਤਾਂ ਉੱਥੇ ਮੁੱਖ ਅਧਿਆਪਕ ਦਾ ਰੋਲ ਅਤੇ ਭੂਮਿਕਾ ਕਿਹੜੇ ਰੂਪ ਦੇ ਵਿੱਚ ਹੋਊਗੀ ਜੀ ਨਿਰਾਰਥਕ ਰੂਪ ਦੇ ਵਿੱਚ ਹੋਊਗੀ ਮਤਲਬ ਉਸ ਦਾ ਕੋਈ ਸਫਲ ਆਪਾਂ ਕਹਿ ਸਕਦੇ ਹਾਂ ਗਿਆਨ ਉਹਨਾਂ ਦੇ ਗਤੀਵਿਧੀਆਂ ਦੇ ਵਿੱਚ ਹੀ ਸ਼ਾਮਲ ਹੁੰਦਾ ਅਸੀਂ ਵੇਖ ਸਕਦੇ ਹਾਂ ਜੇਕਰ ਇੱਕ ਮੁੱਖ ਅਧਿਆਪਕ ਇੱਕ ਚੰਗੀ ਜ਼ਿੰਮੇਵਾਰੀ ਔਰ ਚੰਗੀ ਭੂਮਿਕਾਵਾਂ ਨਿਭਾਊਗਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਭਿੰਨ-ਭਿੰਨ ਪ੍ਰਕਾਰ ਦੇ ਮੁੱਦੇ ਖੜੇ ਹੋ ਰਹੇ ਹਨ ਇੱਕ ਅਧਿਆਪਕ ਨੂੰ ਕਰਮਚਾਰੀ ਨੂੰ ਲੈ ਕੇ ਜੀ ਇੱਕ ਅਧਿਆਪਕ ਤੇ ਵਿਦਿਆਰਥੀਆਂ ਨੂੰ ਲੈ ਕੇ ਜਾਂ ਇੱਕ ਵਿਦਿਆਰਥੀਆਂ ਦੇ ਮਾਪਿਆਂ ਨੂੰ ਲੈ ਕੇ ਵੱਖ-ਵੱਖ ਜੋ ਮੁੱਦੇ ਬਣਦੇ ਹਨ ਜਾਂ ਇੱਕ ਸਮਾਜ ਦੇ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਸ਼ਕਤੀਆਂ ਨੂੰ ਮੁੱਦਿਆਂ ਨੂੰ ਲੈ ਕੇ ਬੱਚਿਆਂ ਦੇ ਸਾਹਮਣੇ ਰੱਖਾਂਗੇ ਤਾਂ ਵਿਦਿਆਰਥੀ ਜਾਗਰੂਕ ਹੋਣਗੇ ਔਰ ਜਾਗਰੂਕਤਾ ਹੀ ਅਸਲ ਦੇ ਵਿੱਚ ਉਹਨਾਂ ਦੀ ਕੀ ਹੈਗੀ ਹੈ ਇੱਕ ਉન્નਤੀ ਹੈ ਉਹਨਾਂ ਦੇ ਵਿੱਚ ਉਹ ਭਾਵਨਾਵਾਂ ਨੂੰ ਜਾਗਰੂਕ ਕਰਨਾ ਇੱਕ ਮੁੱਖ ਅਧਿਆਪਕ ਦੀ ਫਿਰ ਇੱਕ ਜ਼ਿੰਮੇਵਾਰੀ ਤੇ ਇੱਕ ਭੂਮਿਕਾ ਬਣ ਜਾਂਦੀ ਹੈ। ਨੈਕਸਟ ਸਾਡੇ ਕੋਲੇ ਪੁਆਇੰਟ ਹੈਗਾ ਜੀ ਸਕੂਲੀ ਅਤੇ ਸਮੁਦਾਇ ਵਿਚਲੀ ਭਾਗੀਦਾਰੀ ਸਕੂਲ ਅਤੇ ਸਮੁਦਾਇ ਵਿਚਲੀ ਭਾਗੀਦਾਰੀ ਸਕੂਲ
ਕੀ ਹੈਗਾਗਾ ਅਧਿਆਪਕ ਦੀ ਮੁੱਖ ਅਧਿਆਪਕ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਔਰ ਇਹ ਭੂਮਿਕਾ ਨਿਭਾਉਣੀ ਚਾਹੀਦੀ ਹੈ ਕਿ ਸਕੂਲ ਦੇ ਵਿੱਚ ਵੱਖ-ਵੱਖ ਤਰੀਕੇ ਦੇ ਸਮੁਦਾਇਆਂ ਨੂੰ ਕੀ ਕੀਤਾ ਜਾਵੇ, ਇਨਵਾਈਟ ਕੀਤਾ ਜਾਵੇ ਔਰ ਉਹਨਾਂ ਦੀ ਭਾਗੀਦਾਰੀ ਬਣਾਈ ਜਾਵੇ ਔਰ ਵਿਦਿਆਰਥੀਆਂ ਨੂੰ ਉਹਨਾਂ ਦੇ ਪ੍ਰਤੀ ਜਾਣੂ ਕਰਵਾਇਆ ਜਾਵੇ। ਇੱਕ ਮੁੱਖ ਅਧਿਆਪਕ ਦਾ ਬਹੁਤ ਵੱਡਾ ਰੋਲ ਅਤੇ ਜ਼ਿੰਮੇਵਾਰੀ ਬਣਦੀ ਹੈ। ਨੈਕਸਟ ਸਾਡੇ ਕੋਲੇ ਆ ਜਾਂਦਾ ਹੈਗਾ ਜੀ ਕੰਕਲੂਜਨ, ਸਿੱਟਾ। ਲਾਸਟ ਤੇ ਅਸੀਂ ਇੱਥੇ ਅਸੀਂ ਲਿਖ ਦਿੰਦੇ ਹਾਂ ਜੀ ਕੰਕਲੂਜਨ, ਸਿੱਟਾ। ਸਿੱਟਾ ਕੀ ਹੋਊਗਾ ਜੀ? ਉਪਰੋਕਤ ਦਿੱਤੀਆਂ ਹੋਈਆਂ ਮੁੱਖ ਅਧਿਆਪਕ ਦੀਆਂ ਜ਼ਿੰਮੇਵਾਰੀਆਂ ਅਤੇ ਭੂਮਿਕਾਵਾਂ ਜਿਹੜੀਆਂ ਹੈਗੀਆਂ ਨੇ ਉਹ ਸਾਨੂੰ ਵੱਖ-ਵੱਖ ਰੂਪ ਦੇ ਵਿੱਚ ਵੇਖਣ ਨੂੰ ਮਿਲਦੀਆਂ ਹਨ। ਜੇਕਰ ਇੱਕ ਚੰਗੇ ਸਮੁਦਾਇ ਦਾ ਨਿਰਮਾਣ ਕਰਨਾ ਹੈ ਤਾਂ ਵਰਤਮਾਨ ਦੇ ਵਿੱਚ ਇੱਕ ਮੁੱਖ ਅਧਿਆਪਕ ਦੀ ਭੂਮਿਕਾ ਜੋ ਜ਼ਿੰਮੇਵਾਰੀ ਇੱਕ ਸਕੂਲ ਦੇ ਵਿੱਚ ਰਹਿੰਦੇ ਹੋਏ ਪ੍ਰਬੰਧਕਾਂ ਨੂੰ, ਕਰਮਚਾਰੀਆਂ ਨੂੰ, ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਦੇ ਰਾਹੀਂ ਉਹਨਾਂ ਦੇ ਸਾਰਥਕ ਨਤੀਜੇ ਲੈ ਕੇ ਹੀ ਵਿਦਿਆਰਥੀਆਂ ਦੇ ਗਿਆਨ ਦਾ ਜਿਹੜਾ ਵਾਧਾ ਹੈਗਾਗਾ ਉਹ ਆਉਣ ਵਾਲੇ ਸਮਾਜ ਦਾ ਇੱਕ ਚੰਗਾ ਰੂਪ ਹੈ, ਜਿਸ ਦੇ ਨਾਲ ਅਸੀਂ ਇਹ ਟੌਪਿਕ ਜਿਹੜਾ ਹੈਗਾ ਸਾਡਾ ਇਹ ਕੰਪਲੀਟ ਹੁੰਦਾ ਹੈ ਜੀ। ਔਰ ਨੈਕਸਟ ਟੌਪਿਕ ਨੂੰ ਆਪਾਂ ਜਿਹੜਾ ਹੈਗਾ ਨੈਕਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ।